प्रेज लॉर्ड हालेलुया थैंक यू लॉर्ड जीसस प्रभु ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਤਰਸ ਨਾਲ ਭਰਿਆ ਪਰਮੇਸ਼ਰ ਨਾਲ ਪ੍ਰਭੂ ਜੀ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਕਿਉਂਕਿ ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਬਹੁਤ ਹੀ ਤਰਸ ਨਾਲ ਭਰਿਆ ਪਰਮੇਸ਼ਰ ਨਾਲ ਪ੍ਰਭੂ ਜੀ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੋ ਵੀ ਅੱਜ ਦਾ ਵਚਨ ਅਸੀਂ ਪ੍ਰਭੂ ਸਿੱਖੀਏ ਤੇਰੇ ਵਚਨ ਦੇ ਵਿੱਚੋਂ ਪਿਤਾ ਪਰਮੇਸ਼ਰ ਹਾਲੇਲੂਇਆ ਔਰ ਜਿੰਨੇ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖਣ ਪ੍ਰਭੂ ਯਿਸੂ ਜੀ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਪਾਉਣ ਯਿਸੂ ਮਸੀਹ ਨਾਮ ਦੇ ਨਾਲ ਆਮੀਨ ਹਾਲੇਲੂਇਆ ਥੈਂਕ ਯੂ ਲਾਰਡ ਜੀਸਸ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਧੰਨਵਾਦ ਕਰਦੇ ਪਰਮੇਸ਼ਰ ਦੇ ਨਾਮ ਨੂੰ ਇੱਜ਼ਤ ਉਹਦੇ ਨਾਮ ਨੂੰ ਅਸੀਂ ਜਲਾਲ ਦਿੰਦੇ ਕਿਉਂਕਿ ਪਰਮੇਸ਼ਰ ਦਾ ਪਰਮੇਸ਼ਰ ਪ੍ਰਭੂ ਦਾ ਪ੍ਰਭੂ ਰਾਜਿਆਂ ਦਾ ਰਾਜਾ ਯਿਸੂ ਨਾਸਰੀ ਜਿਹੜਾ ਆ ਅਸ ਪ੍ਰਭੂ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਰ ਤੇ ਬਹੁਤ ਹੀ ਤਰਸ ਨਾਲ ਭਰਿਆ ਪਰਮੇਸ਼ਰ ਆ ਪ੍ਰਭੂ ਜੀ ਹਾਲੇਲੂਇਆ ਔਰ ਖੁਦਾ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤਾਂ ਪ੍ਰਭੂ ਦਾ ਧੰਨਵਾਦ ਕਰਦੇ ਕਿਉਂਕਿ ਅੱਜ ਦਾ ਬਹੁਤ ਹੀ ਅੱਛਾ ਤੇ ਪਵਿੱਤਰ ਦਿਨ ਸਾਡੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜੀ ਲੈ ਕੇ ਆਇਆ ਤੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਣਾ ਕਿ ਤੁਸੀਂ ਪਰਮੇਸ਼ਰ ਦੇ ਸ਼ਬਦ ਬਾਰੇ ਕਿੰਨਾ ਕੁ ਜਾਣਦੇ ਹਾਲੇਲੂਇਆ ਕਿ ਤੁਸੀਂ ਪਰਮੇਸ਼ਰ ਦੇ ਸ਼ਬਦ ਬਾਰੇ ਕਿੰਨਾ ਜਾਣਦੇ ਹੋ ਹਾਲੇਲੂਇਆ ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਕਿਉਂਕਿ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਆ ਪਰਮੇਸ਼ਰ ਦਾ ਸ਼ਬਦ ਜਿਹੜਾ ਆ ਸਾਨੂੰ ਰੂਹ ਔਰ ਸੱਚਾਈ ਤੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਰੂਹ ਔਰ ਸੱਚਾਈ ਤੇ ਦਿਲ ਦੀਆਂ ਗ੍ਰਹੀਆਂ ਦੇ ਨਾਲ ਮੈਨੂੰ ਪੁਕਾਰ ਹਾਲੇਲੂਇਆ ਔਰ ਮੇਰੇ ਵਚਨ ਨੂੰ ਮੇਰੇ ਸ਼ਬਦ ਨੂੰ ਪੜ੍ਹ ਤਾਂ ਕਿ ਮੈਂ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਵਾਂ ਕਿਉਂਕਿ ਸ਼ਬਦ ਦੇ ਨਾਲ ਹੀ ਸਾਰਾ ਕੁਝ ਬਣਿਆ ਹੈ ਹਾਲੇਲੂਇਆ ਕਿਉਂਕਿ ਸ਼ਬਦ ਦੇ ਨਾਲ ਹੀ ਸਭ ਕੁਝ ਬਣਿਆ ਹੈ ਮੂੰਹ ਦੇ ਵਿੱਚੋਂ ਸ਼ਬਦ ਨਿਕਲਿਆ ਤਾਂ ਪਰਮੇਸ਼ਰ ਨੇ ਸਭ ਕੁਝ ਬਣਾ ਦਿੱਤਾ ਹਾਲੇਲੂਇਆ ਇਸ ਕਰਕੇ ਸਾਨੂੰ ਪਰਮੇਸ਼ਰ ਦਾ ਸ਼ਬਦ ਜਿਹੜਾ ਹੈ ਉਹਦੇ ਬਾਰੇ ਸਾਨੂੰ ਜਾਣਨਾ ਜਿਹੜਾ ਆ ਉਹ ਬਹੁਤ ਹੀ ਜ਼ਰੂਰੀ ਆ ਮੇਰੇ ਜੀਜੋ ਜੇਕਰ ਅਸੀਂ ਪਰਮੇਸ਼ਰ ਦਾ ਵਚਨ ਨਹੀਂ ਪੜ੍ਹਦੇ ਤਾਂ ਉਹਦੇ ਉੱਪਰ ਮੰਨਣ ਨਹੀਂ ਕਰਦੇ ਤੇ ਅਸੀਂ ਉਹਦੇ ਵਚਨ ਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਨਹੀਂ ਬਸਰ ਕਰਦੇ ਆ ਤੇ ਸਾਡਾ ਕੋਈ ਫਾਇਦਾ ਨਹੀਂ ਆ ਹਾਲੇਲੂਇਆ ਸਾਨੂੰ ਪਰਮੇਸ਼ਰ ਦਾ ਵਚਨ ਪੜ੍ਹ ਕੇ ਉਹਦਾ ਸ਼ਬਦ ਪੜ੍ਹ ਕੇ ਜਿਹੜਾ ਆ ਉਹ ਪਰਮੇਸ਼ਰ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਮੇਰੇ ਜੀਜੋ ਹਾਲੇਲੂਇਆ ਕਿਉਂਕਿ ਪਰਮੇਸ਼ਰ ਦਾ ਵਚਨ ਜਿਹੜਾ ਹੈ ਇਹ ਹੀ ਸਾਡੇ ਲਈ ਸਭ ਕੁਝ ਹੈ ਇਹਦੇ ਵਿੱਚੋਂ ਹੀ ਸਾਨੂੰ ਸਭ ਕੁਝ ਪਰਮੇਸ਼ਰ ਦੇ ਬਾਰੇ ਪਤਾ ਲੱਗਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਤਾਂ ਫਿਰ ਅਸੀਂ ਦੂਸਰੇ ਲੋਕਾਂ ਨੂੰ ਦੱਸਣ ਦੇ ਯੋਗ ਬਣ ਜਾਂਦੇ ਆ ਮੇਰੇ ਜੀਜੋ ਹਾਲੇਲੂਇਆ ਇਸ ਕਰਕੇ ਪਰਮੇਸ਼ਰ ਦੇ ਵਚਨ 'ਚ ਆਪਾਂ ਦੇਖਦੇ ਪਹਿਲਾ ਕਰੰਥੀਆਂ ਉਹਦਾ 3 ਬਾਬ ਉਹਦੀ 16 ਤੋਂ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਦੇਖਦੇ ਹਾਂ ਲਿਖਿਆ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਹਾਲੇਲੂਇਆ ਜਦੋਂ ਪਰਮੇਸ਼ਰ ਦਾ ਵਚਨ ਅਸੀਂ ਪੜ੍ਹਦੇ ਹਾਂ ਪਰਮੇਸ਼ਰ ਦਾ ਸ਼ਬਦ ਅਸੀਂ ਪੜ੍ਹਦੇ ਹਾਂ ਤਾਂ ਫਿਰ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਸੱਚਮੁੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਇਸ ਵਚਨ ਦੇ ਦੁਆਰਾ ਕਿਸ ਤਰ੍ਹਾਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਕਿੱਦਾਂ ਦੀ ਗੱਲ ਕਰਨਾ ਚਾਹੁੰਦੇ ਕਿਉਂ ਗੱਲ ਕਰਨਾ ਚਾਹੁੰਦੇ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼ ਦੱਸਦਾ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਕੀ ਹੋ ਹੈਕਲ ਹੋ ਮੇਰੇ ਜੀਜੋ ਹਾਲੇਲੂਇਆ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਮੇਰੇ ਜੀਜੋ ਪਰਮੇਸ਼ਰ ਦਾ ਆਤਮਾ ਕਿਉਂਕਿ ਤੁਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਵਿੱਚ ਕੀ ਆ ਤੁਸੀਂ ਪਵਿੱਤਰ ਹੈਕਲ ਹੋ ਉਹਦੀ ਹਾਲੇਲੂਇਆ ਜੇ ਅਸੀਂ ਪੁੱਤਰ ਹੈਕਲ ਆ ਤਾਂ ਸੱਚਮੁੱਚ ਮੇਰੇ ਜੀਜੋ ਪਰਮੇਸ਼ਰ ਦਾ ਜਿਹੜਾ ਆਤਮਾ ਜਿਹੜਾ ਤੁਹਾਡੀ ਹੈਕਲ ਦੇ ਵਿੱਚ ਕੀ ਕਰਦਾ ਵਾਸ ਕਰਦਾ ਹੈ ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਪਰਮੇਸ਼ਰ ਉਹਦਾ ਨਾਸ਼ ਕਰੇਗਾ ਹਾਲੇਲੂਇਆ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਕਿ ਜੋ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਉਹਦਾ ਨਾਸ਼ ਕਰੇਗਾ ਕਿਉਂਕਿ ਪਰਮੇਸ਼ਰ ਦੀ ਹੈਕਲ ਪਵਿੱਤਰ ਅਤੇ ਇਹੋ ਹੀ ਤੁਸੀਂ ਹੋ ਇਹ ਹੀ ਤੁਸੀਂ ਹੋ ਮੇਰੇ ਜੀਜੋ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਜੋ ਕਿ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰਦਾ ਹੈ ਤਾਂ ਪਰਮੇਸ਼ਰ ਕਹਿੰਦਾ ਮੈਂ ਉਹਦਾ ਨਾਸ਼ ਕਰਾਂਗਾ ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਆ ਪਰਮੇਸ਼ਰ ਦੀ ਹੈਕਲ ਕੀ ਆ ਪਵਿੱਤਰ ਆ ਮੇਰੇ ਜੀਜੋ ਹਾਲੇਲੂਇਆ ਤੇ ਇਹੋ ਹੀ ਤੁਸੀਂ ਹੋ ਇਹ ਤੁਸੀਂ ਹੋ ਮੇਰੇ ਜੀਜੋ ਹਾਲੇਲੂਇਆ ਪਰਮੇਸ਼ਰ ਦੀ ਹੈਕਲ ਤੁਸੀਂ ਹੋ ਤੇ ਜੇ ਅਸੀਂ ਆ ਤਾਂ ਫਿਰ ਸਾਨੂੰ ਪਰਮੇਸ਼ਰ ਦਾ ਵਚਨ ਪੜ੍ਹ ਕੇ ਸ਼ਬਦ ਪੜ੍ਹ ਕੇ ਕਿੰਨਾ ਕੀ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਹਾਂ ਕਿੰਨਾ ਕੁ ਇਹ ਸਾਨੂੰ ਬਹੁਤ ਹੀ ਜਾਣਨ ਦੀ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦਾ ਵਚਨ ਜਿਹੜਾ ਆ ਪੜ੍ਹਨਾ ਉਹ ਪੜ੍ਹ ਕੇ ਉਹਦੇ ਉੱਪਰ ਚੱਲਣਾ ਕਿਉਂਕਿ ਪਰਮੇਸ਼ਰ ਦਾ ਵਚਨ ਲਿਖਿਆ ਹੈ ਕਿ ਤੁਸੀਂ ਪਰਮੇਸ਼ਰ ਦੀ ਪਵਿੱਤਰ ਹੈਕਲ ਹੋ ਮੇਰੇ ਜੀਜਾ
ਹਾਲੇਲੂਇਆ। ਜੇ ਪਰਮੇਸ਼ਰ ਪ੍ਰਭੂ ਕਹਿੰਦਾ ਜਿਸ ਤਰ੍ਹਾਂ ਮੈਂ ਪਵਿੱਤਰ ਆ ਤੁਸੀਂ ਵੀ ਉਦਾਂ ਦੇ ਪੁੱਤਰ ਬਣੋ। ਹਾਲੇਲੂਇਆ। ਫੇਰ ਕਹਿੰਦਾ ਮੈਂ ਤੁਹਾਡੇ ਨਾਲ ਆ। ਜੇਕਰ ਤੁਸੀਂ ਪਰਮੇਸ਼ਰ ਦੇ ਨਾਲ ਮਿਲ ਕੇ ਜੋ ਪਰਮੇਸ਼ਰ ਪਵਿੱਤਰ ਆ ਕੰਮ ਤੁਸੀਂ ਉਦਾਂ ਦੇ ਕਰੀ ਜਾਓ ਜਿਹੜੇ ਕਿ ਪਰਮੇਸ਼ਰ ਨੂੰ ਪਸੰਦ ਨਹੀਂ ਹੈ, ਤਾਂ ਮੇਰੇ ਜੀਜੋ ਫਿਰ ਤੁਸੀਂ ਪਰਮੇਸ਼ਰ ਦੇ ਪਵਿੱਤਰ ਹੈਕਲ ਨਹੀਂ ਹੈ। ਕਿਉਂਕਿ ਪਰਮੇਸ਼ਰ ਆਪ ਪਵਿੱਤਰ ਹੈ ਤਾਂ ਪਰਮੇਸ਼ਰ ਤੁਹਾਨੂੰ ਵੀ ਪਵਿੱਤਰ ਬਣਾਉਣਾ ਚਾਹੁੰਦਾ ਹੈ। ਲਿਖਿਆ ਕਿ ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ ਮੇਰੇ ਜੀਜੋ। ਲਿਖਿਆ ਜੇ ਕੋਈ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਇਸ ਯੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ। ਜੇ ਕੋਈ ਆਪਣੇ ਆਪ ਨੂੰ ਗਿਆਨੀ ਸਮਝਦਾ ਤਾਂ ਕੀ ਬਣੇ? ਮੂਰਖ ਬਣੇ ਮੇਰੇ ਜੀਜੋ। ਬਹੁਤ ਸਾਰੇ ਅੱਜ ਕੱਲ ਜਿਹੜੇ ਗਿਆਨਵਾਨ ਜਿਹੜੇ ਉੱਠੇ ਹੈ, ਬਹੁਤ ਹੀ ਗਲਤ ਸਿੱਖਿਆਵਾਂ, ਬਹੁਤ ਹੀ ਜਿਹੜੀਆਂ ਪਰਮੇਸ਼ਰ ਦੇ ਵਚਨ 'ਚ ਨਹੀਂ ਲਿਖਿਆ ਹੈ ਸਿੱਖਿਆਵਾਂ, ਉਹ ਸਿੱਖਿਆ ਦੇ ਰਹੇ ਆ ਪਰਮੇਸ਼ਰ ਦੇ ਵੱਲੋਂ। ਪਰ ਪਰਮੇਸ਼ਰ ਦੇ ਵੱਲੋਂ ਉਹ ਸਿੱਖਿਆਵਾਂ ਨਹੀਂ ਹੈ ਕਿਉਂਕਿ ਪਰਮੇਸ਼ਰ ਦੇ ਵਚਨ 'ਚ ਨਹੀਂ ਲਿਖੀਆਂ ਹਨ। ਜੋ ਅੱਜ ਕੱਲ ਦੇ ਦਾਸ ਜਿਹੜੇ ਉੱਠੇ ਹੈ ਤਾਂ ਰੰਗ ਬਰੰਗੀਆਂ ਜਿਹੜੀਆਂ ਸਿੱਖਿਆਵਾਂ ਜਿਹੜੀਆਂ ਆ, ਲੋਕ ਜਿਹੜੇ ਆ ਉਹਨਾਂ ਦੇ ਮਗਰ ਹੀ ਲੱਗੇ ਹੋਏ ਆ ਮੇਰੇ ਜੀਜੋ, ਔਰ ਲੱਗੇ ਹੋਏ ਆ ਔਰ ਲੱਗ ਰਹੇ ਆ ਮੇਰੇ ਜੀਜੋ, ਉਹਨਾਂ ਦੇ ਮਗਰ ਹੀ ਲੱਗ ਰਹੇ ਆ। ਪਰ ਪਰਮੇਸ਼ਰ ਦਾ ਵਚਨ ਜਿਹੜਾ ਆ ਲਿਖਿਆ ਕਿ ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੋ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਯੁੱਗ ਵਿੱਚ ਗਿਆਨੀ, ਜੇ ਕੋਈ ਆਪਣੇ ਆਪ ਨੂੰ ਇਸ ਯੁੱਗ ਵਿੱਚ ਕੀ ਕਰੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਮੇਰੇ ਜੀਜੋ। ਦੇਖੋ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ। ਹਾਲੇਲੂਇਆ। ਜੇ ਅਸੀਂ ਆਪਣੇ ਆਪ ਨੂੰ ਕੋਈ ਗਿਆਨੀ ਸਮਝਦਾ ਤਾਂ ਆਪਣੇ ਆਪ ਨੂੰ ਲਿਖਿਆ ਪਰਮੇਸ਼ਰ ਕਹਿੰਦਾ ਉਹ ਮੂਰਖ ਬਣੇ। ਹਾਲੇਲੂਇਆ। ਭਈ ਗਿਆਨਵਾਨ ਹੋ ਜਾਵੇ, ਗਿਆਨਵਾਨ ਹੋ ਜਾਵੇ। ਜੇ ਪਹਿਲਾਂ ਹੀ ਆਪਣੇ ਆਪ ਨੂੰ ਗਿਆਨੀ ਸਮਝੀ ਜਾਂਦਾ ਹੈ ਤਾਂ ਫਿਰ ਗਿਆਨਵਾਨ ਹੋਏਗਾ? ਨਹੀਂ ਮੇਰੇ ਜੋ ਪਹਿਲਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਆਪਣੇ ਆਪ ਨੂੰ ਮੂਰਖ, ਪਹਿਲਾਂ ਆਪਣੇ ਆਪ ਨੂੰ ਮੂਰਖ ਬਣੇ ਤਾਂ ਫਿਰ ਤਾਂ ਕਿ ਗਿਆਨਵਾਨ ਹੋ ਜਾਵੇ। ਹਾਲੇਲੂਇਆ। ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਭਾਣੇ ਮੂਰਖਤਾ ਹੈ, ਕਿਉਂ ਜੋ ਲਿਖਿਆ ਹੋਇਆ ਹੈ ਭਈ ਉਹ ਗਿਆਨੀਆਂ ਨੂੰ ਉਹਨਾਂ ਦੀ ਚਤਰਾਈ ਵਿੱਚ ਫਸਾ ਦਿੰਦਾ। ਜਿਹੜੇ ਗਿਆਨੀ ਆਪਣੇ ਆਪ ਨੂੰ ਗਿਆਨੀ ਸਮਝਦੇ, ਪਰਮੇਸ਼ਰ ਦੇ ਵਚਨ 'ਚ ਲਿਖਿਆ ਉਹ ਉਹਨਾਂ ਗਿਆਨੀਆਂ ਨੂੰ ਉਹਨਾਂ ਦੀ ਚਤਰਾਈ ਦੇ ਵਿੱਚ ਫਸਾ ਦਿੰਦਾ ਹੈ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਆ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਸ਼ਬਦ ਪੜ੍ਹਨਾ ਬਹੁਤ ਹੀ ਜ਼ਰੂਰੀ ਆ। ਅਸੀਂ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਅਸੀਂ ਬਹੁਤ ਹੀ ਜ਼ਿਆਦਾ ਗਿਆਨਵਾਨ ਹਾਂ, ਸਾਨੂੰ ਬਹੁਤ ਹੀ ਗਿਆਨ ਆ। ਪਰ ਪਰਮੇਸ਼ਰ ਕਹਿੰਦਾ ਜੇ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਗਿਆਨੀ ਸਮਝਦੇ ਤਾਂ ਆਪਣੇ ਆਪ ਨੂੰ ਮੂਰਖ ਬਣੋ ਪਹਿਲਾਂ, ਉਸ ਤਾਂ ਕਿ ਤੁਸੀਂ ਗਿਆਨਵਾਨ ਹੋ ਜਾਏ, ਤੁਹਾਨੂੰ ਸੋਝੀ ਮਿਲ ਜਾਏ, ਤੁਹਾਨੂੰ ਪਰਮੇਸ਼ਰ ਵੱਲੋਂ ਅੱਛੀ ਸੋਝੀ ਮਿਲ ਜਾਏ, ਜੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਤੁਸੀਂ ਗੱਲਬਾਤ ਸਿੱਖਿਆ ਜਿਹੜੀ ਹੈ ਲੋਕਾਂ ਨੂੰ ਦੇ ਸਕੋ ਮੇਰੇ ਜੀਜੋ। ਹਾਲੇਲੂਇਆ। ਅਤੇ ਫਿਰ ਇਹ ਕਿ ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ। ਜਿਹੜੇ ਪਰਮੇਸ਼ਰ ਦੇ ਵਚਨ ਲਿਖਿਆ ਕਿ ਪ੍ਰਭੂ ਜਿਹੜੇ ਗਿਆਨੀ ਆ ਆਪਣੇ ਆਪ ਨੂੰ ਗਿਆਨੀ ਸਮਝਦੇ ਹੈ, ਪਰਮੇਸ਼ਰ ਉਹਨਾਂ ਦੀਆਂ ਸੋਚਾਂ ਨੂੰ ਜਾਣਦਾ ਮੇਰੇ ਜੀਜੋ। ਹਾਲੇਲੂਇਆ। ਜਾਣਦਾ ਹੈ ਜੋ ਅਵਿਰਥੀਆਂ ਹਨ। ਇਸ ਲਈ ਕੋਈ ਜਣਾ ਮਨੁੱਖ ਉੱਤੇ ਗੁਮਾਨ ਨਾ ਕਰੇ ਕਿ ਜੋ ਸਾਰੀਆਂ ਬਸਾਂ ਤੁਹਾਡੀਆਂ ਹਨ, ਕਿ ਪਲੂਸ ਕੀ, ਅਪੋਲਿਸ ਕੀ, केफास की, दुनिया की, जीवन की, मौत, वर्तमान वस्तां की, होण वालियां वस्तां सभे ਤੁਹਾਡੀਆਂ ਹਨ ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ਰ ਹੈ ਮੇਰੇ ਜੀਜੋ। ਸਾਰੀਆਂ ਵਸਤਾਂ ਜਿਹੜੀਆਂ ਪਰਮੇਸ਼ਰ ਕਹਿੰਦਾ ਉਹ ਤੁਹਾਡੀਆਂ ਹਨ ਤਾਂ ਤੁਸੀਂ ਮਸੀਹ ਦੇ ਹੋ ਤਾਂ ਮਸੀਹ ਪਰਮੇਸ਼ਰ ਹੈ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਵਚਨ ਪੜ੍ਹਨਾ, ਜਿਹੜਾ ਸ਼ਬਦ ਪੜ੍ਹਨਾ ਜਿਹੜਾ ਆ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਮੇਰੇ ਜੀਜੋ। ਹਾਲੇਲੂਇਆ। ਜੇ ਅਸੀਂ ਸੱਚਮੁੱਚ ਪਰਮੇਸ਼ਰ ਦਾ ਵਚਨ ਜਿਹੜਾ ਆ ਪਰਮੇਸ਼ਰ ਦੇ ਸੋਝੀ ਦੇ ਬਗੈਰ, ਪਰਮੇਸ਼ਰ ਦੇ ਜਿਹੜਾ ਪਰਮੇਸ਼ਰ ਨੇ ਸਾਨੂੰ ਸੋਝੀ ਦਿੱਤੀ ਹੈ ਮੇਰੇ ਜੀਜੋ, ਹਾਲੇਲੂਇਆ, ਅਕਲ ਦਿੱਤੀ ਹੈ, ਉਹਦੇ ਮੁਤਾਬਕ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ ਤਾਂ ਸੱਚਮੁੱਚ ਮੇਰੇ ਜੀਜੋ ਪਰਮੇਸ਼ਰ ਦਾ ਵਚਨ ਜਿਹੜਾ ਤੁਹਾਡੀ ਜ਼ਿੰਦਗੀਆਂ ਵਿੱਚ ਆ ਜਾਂਦਾ, ਫਿਰ ਤੁਸੀਂ ਆਪ ਵੀ ਉਸ ਦੇ ਉੱਤੇ ਚੱਲਦੇ ਤੇ ਲੋਕਾਂ ਨੂੰ ਚੱਲਣ ਦੇ ਲਈ ਵੀ ਪਰਮੇਸ਼ਰ ਦੇ ਵਚਨ ਦੇ ਬਾਰੇ ਦੱਸਦੇ ਹੋ ਮੇਰੇ ਜੀਜੋ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ। ਹਾਲੇਲੂਇਆ। ਥੈਂਕ ਯੂ ਜੀਸਸ। ਯੂਹੰਨਾ, ਹਾਲੇਲੂਇਆ, ਯੂਹੰਨਾ ਉਹਦੀ 3 ਬਾਬ ਦੀ 52, ਯੂਹੰਨਾ 7 ਬਾਬ ਦੀ 15 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਹਾਲੇਲੂਇਆ। ਥੈਂਕ ਯੂ ਜੀਸਸ। 7 ਬਾਬ ਦੀ 15 ਆਇਤ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਲਿਖਿਆ ਪਰਮੇਸ਼ਰ ਦੇ ਵਚਨ 'ਚ ਕਿ ਸੋ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹਦੀ ਹੈ ਜਿਹਨੇ ਮੈਨੂੰ ਘੱਲਿਆ ਹੈ।
ਜੋ ਕੋਈ ਉਹਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ਰ ਤੋਂ ਹੈ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਮੇਰੇ ਜੀਜੋ ਕਿ ਆਪਾਂ 15 ਆਇਤ ਤੋਂ ਪੜ੍ਹਦੇ ਹਾਂ। ਸੋ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਹੈ। 16 ਤੋਂ ਪੜ੍ਹੀਏ ਆਪਾਂ। ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹਦੀ ਹੈ ਜਿਨ ਮੈਨੂੰ ਕੱਲਿਆ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਹਾਲਾਂਕਿ ਖੁਦ ਹੀ ਆਪ ਹੀ ਸਭ ਕੁਝ ਹੈ ਮੇਰੇ ਜੀਜੋ। ਪਰਮੇਸ਼ਰ ਵੀ ਆਪ ਹੀ ਸਭ ਕੁਝ ਆਪ ਆ, ਫਿਰ ਵੀ ਉਹ ਪਿਤਾ ਨੂੰ ਜਿਹੜਾ ਆ ਉਹ ਪਹਿਲਾ ਦਰਜਾ ਦਿੰਦੇ। ਆਪ ਹੀ ਪਿਤਾ, ਆਪ ਹੀ ਪਰਮੇਸ਼ਰ, ਆਪ ਹੀ ਸਭ ਕੁਝ ਆਪ ਹੀ ਹੈ। ਪਰਮੇਸ਼ਰ ਕਹਿੰਦਾ ਆਦ ਔਰ ਅੰਤ ਮੈਂ ਆ, ਅਲਫਾ ਔਰ ਓਮੇਗਾ ਮੈਂ। ਹਾਲਾਂਕਿ ਆਪ ਹੀ ਸਭ ਕੁਝ ਹੈ ਪਰ ਫਿਰ ਵੀ ਪਰਮੇਸ਼ਰ ਨੂੰ ਉਹ ਜਿਹੜੀ ਇੱਜ਼ਤ ਮਾਨ ਦੇ ਰਿਹਾ। ਹਾਲੇਲੂਇਆ। ਕਹਿੰਦਾ ਕਿ ਉਹ ਮੇਰੀ ਸਿੱਖਿਆ ਮੇਰੀ ਨਹੀਂ ਬਲਕਿ ਮੈਨੂੰ ਜਿਹੜੀ ਸਿੱਖਿਆ ਹੈ ਮੈਨੂੰ ਜਿਹਨੇ ਮੈਨੂੰ ਭੇਜਿਆ ਹੈ ਉਹਦੀ ਹੈ। ਹਾਲੇਲੂਇਆ। ਕਿਹਨੇ ਭੇਜੋ? ਆਪਣੇ ਆਪ ਹੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਆਏ ਆ। ਹਾਲੇਲੂਇਆ। ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ਰ ਤੋਂ ਹੈ ਜਾਂ ਆਪਣੀ ਵੱਲੋਂ ਬੋਲਦਾ ਹੈ। ਹਾਲੇਲੂਇਆ। ਜੇ ਕੋਈ ਉਹਨਾਂ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ਰ ਤੋਂ ਹੈ ਜਾਂ ਆਪਣੀ ਵੱਲੋਂ ਹੀ ਬੋਲਦਾ ਹੈ। ਸੱਚਮੁੱਚ ਮੇਰੇ ਜੀਜੋ, ਸੱਚਮੁੱਚ ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਹੈ ਕਿ ਜਦੋਂ ਪਰਮੇਸ਼ਰ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸੱਚਮੁੱਚ ਇਹ ਪਰਮੇਸ਼ਰ ਦੀ ਬਾਣੀ ਇਹ ਪਰਮੇਸ਼ਰ ਦੇ ਵੱਲੋਂ ਹੈ ਜਾਂ ਦੂਸਰੇ ਲੋਕਾਂ ਦੇ ਵੱਲੋਂ ਹੈ। ਇਹ ਸਾਨੂੰ ਸਿੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਰੇ ਜੀਜੋ। ਜਿੱਦਾਂ ਪਰਮੇਸ਼ਰ ਦੀ ਸਿੱਖਿਆ ਜਿਹੜੀ ਹੈ, ਪਰਮੇਸ਼ਰ ਦੀ ਸਿੱਖਿਆ ਉਹਦੀ ਆਪਣੀ ਸਿੱਖਿਆ ਕਹਿੰਦਾ ਕਿ ਇਹ ਮੇਰੀ ਸਿੱਖਿਆ ਨਹੀਂ ਬਲਕਿ ਮੇਰੇ ਭੇਜਣ ਵਾਲੇ ਦੀ ਜਿਹਨੇ ਮੈਨੂੰ ਭੇਜਿਆ ਹੈ ਉਹਦੀ ਸਿੱਖਿਆ ਹੈ। ਹਾਲੇਲੂਇਆ। ਤੇ ਇਸ ਕਰਕੇ ਸਾਨੂੰ ਜਿਹੜਾ ਆ ਜੇਕਰ ਸੱਚਮੁੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਇਹ ਸਿੱਖਿਆ ਹੈ ਤਾਂ ਸਾਨੂੰ ਵੀ ਉਹ ਸਿੱਖਿਆ ਜਿਹੜੀ ਪੜ੍ਹ ਕੇ ਸਾਨੂੰ ਲੋਕਾਂ ਨੂੰ ਜਿਹੜਾ ਆਪਣੇ ਪੁੱਤਰ ਆਤਮਾ ਦੇ ਦੁਆਰਾ ਸਾਨੂੰ ਜਿਹੜਾ ਸਿੱਖਣਾ ਚਾਹੀਦਾ ਹੈ ਕਿ ਸੱਚਮੁੱਚ ਜੇ ਲੋਕ ਜਿਹੜੇ ਆ ਇਹ ਆਪਣੀ ਰੰਗ ਬਰੰਗੀਆਂ ਸਿੱਖਿਆਵਾਂ ਲੈ ਕੇ ਆਏ ਆ ਉਹ ਸਿੱਖਿਆ ਪਰਮੇਸ਼ਰ ਵੱਲੋਂ ਹੈ ਜਾਂ ਮਨੁੱਖਾਂ ਵੱਲੋਂ ਹੈ। ਇਹ ਸਾਨੂੰ ਸੋਚਣ ਦੀ ਬਹੁਤ ਜ਼ਰੂਰਤ ਹੈ ਮੇਰੇ ਜੀ। ਜੇ ਤਾਂ ਸੱਚਮੁੱਚ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਹੈ ਤਾਂ ਉਹ ਪਰਮੇਸ਼ਰ ਵੱਲੋਂ ਹੈ, ਤੇ ਜੇ ਪਰਮੇਸ਼ਰ ਦੇ ਵਚਨ ਵਿੱਚੋਂ ਨਹੀਂ ਆ ਤਾਂ ਉਹ ਪਰਮੇਸ਼ਰ ਤੋਂ ਬਾਹਰ ਹੈ ਮੇਰੇ ਜੀ। ਹਾਲੇਲੂਇਆ। ਹਾਲੇਲੂਇਆ। ਜੇ ਕੋਈ ਉਹਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ। ਜੇਕਰ ਸੱਚਮੁੱਚ ਮੇਰੇ ਜੀਜੋ ਪਰਮੇਸ਼ਰ ਦੀ ਮਰਜ਼ੀ ਜਿਹੜਾ ਜਾਣਨਾ ਚਾਹੁੰਦਾ ਹੈ ਜਾਣੇਗਾ ਤਾਂ ਜਾਣਨਾ ਚਾਹੇ। ਹਾਲੇਲੂਇਆ। ਤਾਂ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ਰ ਤੋਂ ਹੈ। ਉਹ ਜਾਣੇਗਾ ਸੱਚਮੁੱਚ ਇਹ ਸਿੱਖਿਆ ਜਿਹੜੀ ਹੈ ਪਰਮੇਸ਼ਰ ਵੱਲੋਂ ਹੈ ਮੇਰੇ ਜੀਜੋ। ਹਾਲੇਲੂਇਆ। ਜਿਸ ਤਰ੍ਹਾਂ ਲਿਖਿਆ ਹੈ ਪਰਮੇਸ਼ਰ ਦੇ ਵਚਨ, ਜੋ ਕੋਈ ਆਪਣੇ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ। ਜੋ ਕੋਈ ਆਪਣੇ ਵੱਲੋਂ ਬੋਲਦਾ ਹੈ ਪਰਮੇਸ਼ਰ ਦੇ ਵਚਨ ਵੱਲੋਂ ਨਹੀਂ ਬਲਕਿ ਜੇ ਕੋਈ ਆਪਣੇ ਵੱਲੋਂ ਬੋਲਦਾ ਹੈ ਆਪਣੀਆਂ ਹੀ ਗੱਲਾਂ ਬਾਤਾਂ ਕਰਦਾ ਆਪਣੀ ਹੀ ਸਿੱਖਿਆ ਦਿੰਦਾ ਹੈ ਤਾਂ ਮੇਰੇ ਜੀਜੋ ਉਹ ਮਨੁੱਖਾਂ ਵੱਲੋਂ ਹੈ, ਉਹ ਪਰਮੇਸ਼ਰ ਵੱਲੋਂ ਨਹੀਂ ਉਹ ਸਿੱਖਿਆ। ਜੇਕਰ ਸੱਚਮੁੱਚ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਬੋਲਦਾ ਹੈ ਤਾਂ ਉਹ ਪਰਮੇਸ਼ਰ ਵੱਲੋਂ ਹੈ। ਜੋ ਕੋਈ ਆਪਣੇ ਵੱਲੋਂ ਬੋਲਦਾ ਹੈ ਉਹ ਪਰਮੇਸ਼ਰ ਦੀ ਸਿੱਖਿਆ ਨਹੀਂ ਬਲਕਿ ਮਨੁੱਖਾਂ ਦੀ ਸਿੱਖਿਆ ਹੈ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਆਪਣੀ ਵੱਲੋਂ ਬੋਲਦਾ ਹੈ ਤੇ ਆਪਣੀ ਹੀ ਵਡਿਆਈ ਚਾਹੁੰਦਾ। ਉਹ ਆਪਣੀ ਹੀ ਵਡਿਆਈ ਚਾਹੁੰਦਾ ਜੋ ਕਿ ਆਪਣੀ ਵੱਲੋਂ ਬੋਲਦਾ ਹੈ। ਪਰਮੇਸ਼ਰ ਦੀ ਵਡਿਆਈ ਨਹੀਂ ਕਰਦਾ ਬਲਕਿ ਉਹ ਆਪਣੇ ਵੱਲੋਂ ਹੀ ਬੋਲਦਾ ਹੈ ਮੇਰੇ ਜੀਜੋ। ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਜੇ ਅਸੀਂ ਪਰਮੇਸ਼ਰ ਦਾ ਸ਼ਬਦ ਪੜਾਂਗੇ, ਪਰਮੇਸ਼ਰ ਦਾ ਵਚਨ ਪੜਾਂਗੇ ਤੇ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਬਹੁਤ ਕੁਝ ਮਿਲਦਾ ਹੈ ਮੇਰੇ ਜੀਜੋ। ਬਹੁਤ ਕੁਝ ਮਿਲਦਾ ਹੈ ਸਿੱਖਣ ਨੂੰ ਤੇ ਗਾਹਾਂ ਸਿਖਾਉਣ ਨੂੰ ਬਹੁਤ ਕੁਝ ਮਿਲਦਾ ਹੈ ਮੇਰੇ ਜੀਜੋ। ਹਾਲੇ ਇਸੇ ਤਰ੍ਹਾਂ ਪਰਮੇਸ਼ਰ ਦੇ ਵਚਨ ਚੋਂ ਆਪਾਂ ਦੇਖਾਂਗੇ 8 ਬਾਬ ਦੀ 51 ਆਇਤ। ਪਰਮੇਸ਼ਰ ਦੇ ਵਚਨ ਤੋਂ ਆਪਾਂ ਇੱਕ ਆਇਤ ਪੜ੍ਹਦੇ ਹਾਂ 8 ਬਾਬ ਦੀ 51 ਆਇਤ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਯੂਹੰਨਾ ਦੀ ਇੰਜੀਲ 8 ਬਾਬ ਦੀ 51 ਲਿਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਮੁੱਲੋਂ ਕਦੇ ਮੌਤ ਨਾ ਵੇਖੇਗਾ। ਮੁੱਲੋਂ ਕਦੇ ਮੌਤ ਨਹੀਂ ਵੇਖੇਗਾ ਮੇਰੇ ਜੀ। ਜੋ ਕੋਈ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰੇ। ਇਹ ਮੈਂ ਨਹੀਂ ਕਹਿ ਰਿਹਾ, ਇਹ ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ ਹੈ। ਯੂਹੰਨਾ 8 ਬਾਬ ਦੀ 51 ਆਇਤ ਵਿੱਚ ਲਿਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਮੁੱਲੋਂ ਕਦੇ ਮੌਤ ਨਾ ਵੇਖੇਗਾ।
ਹਾਲੇਲੂਇਆ। ਤਾਂ ਯਹੂਦੀਆਂ ਨੇ ਉਹਨੂੰ ਆਖਿਆ, ਹੁਣ ਅਸੀਂ ਜਾਣ ਗਏ ਹਾਂ ਜਾਂ ਤੈਨੂੰ ਇੱਕ ਭੂਤ ਚੁੰਬੜਿਆ ਹੋਇਆ ਹੈ। ਤਾਂ ਅਬਰਾਮ ਮਰ ਗਿਆ, ਨਾਲੇ ਨਬੀ, ਅਤੇ ਤੂੰ ਆਖਦਾ ਹੈ ਭਈ ਜੋ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਮੌਤ ਦਾ ਸਵਾਦ ਮੁੱਲੋਂ ਨਾ ਕਦੇ ਚੱਖੂ। ਭਲਾ ਤੂੰ ਸਾਡੇ ਪਿਤਾ ਅਬਰਾਮ ਨਾਲੋਂ ਜੋ ਮਰ ਗਿਆ ਹੈ ਵੱਡਾ ਹੈ, ਨਾਲੇ ਨਬੀ ਮਰ ਗਏ ਹਨ, ਤਾਂ ਤੂੰ ਆਪਣੇ ਆਪ ਨੂੰ ਕੀ ਬਣਾਉਂਦਾ ਹੈ? ਯਿਸੂ ਨੇ ਉੱਤਰ ਦਿੱਤਾ, ਜੋ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ। ਜੇ ਮੈਂ ਕਹਿੰਦਾ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ ਹੈ। ਪਰਮੇਸ਼ਰ ਜੀ ਕਹਿ ਰਹੇ, ਯਿਸੂ ਮਸੀਹ ਨਾਸਰੀ, ਹਾਲੇਲੂਇਆ, ਕੁਝ ਨਹੀਂ। ਜੇ ਮੇਰੀ ਵਡਿਆਈ ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ, ਜਿਹਨੂੰ ਤੁਸੀਂ ਆਖਦੇ ਹੋ ਜੋ ਉਹ ਸਾਡਾ ਪਰਮੇਸ਼ਰ ਹੈ। ਉਹ ਸਾਡਾ ਪਰਮੇਸ਼ਰ ਹੈ ਮੇਰੇ ਜੀਜੋ, ਜਿਹਦੀ ਤੁਸੀਂ ਕਹਿੰਦਾ ਵਡਿਆਈ ਕਰਦੇ ਹੋ, ਜਿਹਨੂੰ ਤੁਸੀਂ ਪਰਮੇਸ਼ਰ ਸਮਝਦੇ ਹੋ, ਉਹ ਮੇਰਾ ਪਿਤਾ ਹੈ। ਹਾਲੇਲੂਇਆ। ਜਿਹਦੀ ਤੁਸੀਂ ਵਡਿਆਈ ਕਰਦੇ ਹੋ, ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ, ਜਿਹਨੂੰ ਤੁਸੀਂ ਆਖਦੇ ਹੋ ਉਹ ਸਾਡਾ ਪਰਮੇਸ਼ਰ ਹੈ। ਅਤੇ ਤੁਸੀਂ ਉਹਨੂੰ ਨਹੀਂ ਜਾਣਤਾ, ਪਰ ਮੈਂ ਉਹਨੂੰ ਜਾਣ ਲਿਆ ਹੈ ਮੇਰੇ ਜੀਜੋ। ਤੁਸੀਂ ਉਹਨੂੰ ਨਹੀਂ ਜਾਣਿਆ ਤੇ ਮੈਂ ਉਹਨੂੰ ਜਾਣ ਲਿਆ ਹੈ। ਹਾਲੇਲੂਇਆ। ਜਾਣਾ ਤਾਂ ਤੁਸੀਂ ਉਹਨੂੰ ਨਹੀਂ ਜਾਣਤਾ, ਪਰ ਮੈਂ ਉਹਨੂੰ ਜਾਣਦਾ ਹਾਂ, ਅਤੇ ਜੋ ਕੋਈ ਆਖਾਂ ਜੋ ਮੈਂ ਆਖਾਂ ਮੈਂ ਉਹਨੂੰ ਨਹੀਂ, ਜੋ ਕਿ ਆਖੇ ਮੈਂ ਉਹਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਗੂ ਝੂਠਾ ਹੋਵਾਂ। ਕਹਿੰਦਾ ਜੇ ਕੋਈ ਜਾਣੇ ਕਿ ਮੈਂ ਨਹੀਂ ਉਹਨੂੰ ਜਾਣਦਾ ਤਾਂ ਮੈਂ ਤੁਹਾਡੇ ਵਾਂਗੂ ਝੂਠਾ, ਕਿਉਂਕਿ ਤੁਸੀਂ ਪਰਮੇਸ਼ਰ ਨੂੰ ਜਾਣਦੇ ਨਹੀਂ। ਪਰਮੇਸ਼ਰ ਤੁਹਾਡੇ ਸਾਹਮਣੇ ਹੈ, ਪਰਮੇਸ਼ਰ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ, ਤਾਂ ਤੁਸੀਂ ਜਾਣ ਹੀ ਨਹੀਂ ਰਹੇ। ਹਾਲਾਂਕਿ ਖੁਦ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਖੁਦ ਪਰਮੇਸ਼ਰ ਹੈ ਮੇਰੇ ਜੀਜੋ, ਤਾਂ ਉਹ ਗੱਲਾਂ ਬਾਤਾਂ ਵੀ ਉਹਦੇ ਨਾਲ ਕਰ ਰਿਹਾ, ਪਰ ਉਹਨਾਂ ਨੂੰ ਹਲੇ ਬੁੱਧੀ ਨਹੀਂ, ਸਮਝ ਨਹੀਂ ਆ ਇਹ ਪਰਮੇਸ਼ਰ ਹੀ ਸਾਡੇ ਨਾਲ ਗੱਲਬਾਤ ਕਰ ਰਿਹਾ। ਤਾਂ ਪਰਮੇਸ਼ਰ ਦਾ ਬਚਨ ਸਾਨੂੰ ਕੀ ਕਹਿੰਦਾ ਆਦ ਔਰ ਅੰਤ ਮੈਂ ਹਾਂ, ਅਲਫਾ ਔਰ ਓਮੇਗਾ ਮੈਂ ਹਾਂ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਹਿੰਦਾ ਨਾ ਮੇਰੇ ਤੋਂ ਪਹਿਲਾਂ ਕੋਈ ਆਇਆ ਤੇ ਨਾ ਕੋਈ ਹੋਰ ਕੋਈ ਆਏਗਾ ਮੇਰੇ ਜੀ। ਉਹ ਖੁਦ ਪਰਮੇਸ਼ਰ ਹੈ, ਪ੍ਰਭੂ ਯਿਸੂ ਮਸੀਹ ਨਾਸਰੀ ਖੁਦ ਪਰਮੇਸ਼ਰ ਹੈ, ਜਿਹੜੇ ਉਹਦੇ ਨਾਲ ਗੱਲਾਂ ਬਾਤਾਂ ਕਰ ਰਹੇ। ਹਾਲੇਲੂਇਆ, ਹਾਲੇਲੂਇਆ। ਤਾਂ ਅੱਗੇ ਲਿਖਿਆ ਪਰਮੇਸ਼ਰ ਦੇ ਬਚਨ ਦੇ ਵਿੱਚ, ਅਤੇ ਤੁਸੀਂ ਉਹਨੂੰ ਨਹੀਂ ਜਾਣਤਾ ਪਰ ਮੈਂ ਉਹਨੂੰ ਜਾਣਦਾ ਹਾਂ, ਔਰ ਜੇ ਮੈਂ ਆਖਾਂ ਭਈ ਮੈਂ ਉਹਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਗੂ ਝੂਠਾ ਹੋਵਾਂਗਾ, ਪਰ ਮੈਂ ਉਹਨੂੰ ਜਾਣਦਾ ਹਾਂ ਅਤੇ ਉਹਦੇ ਵਚਨਾਂ ਦੀ ਪਾਲਣਾ ਕਰਦਾ। ਕਹਿੰਦਾ ਮੈਂ ਉਹਨਾਂ ਨੂੰ ਜਾਣਦਾ ਤੇ ਉਹਨਾਂ ਦੇ ਵਚਨਾਂ ਦੀ ਪਾਲਣਾ ਵੀ ਕਰਦਾ ਮੇਰੇ ਜੀਜੋ। ਇਹ ਪਰਮੇਸ਼ਰ ਦਾ ਵਚਨ ਆ। ਜੇ ਅਸੀਂ ਸੱਚਮੁੱਚ ਜੇ ਪਰਮੇਸ਼ਰ ਕਹਿੰਦਾ ਕਿ ਮੈਂ ਉਹਨੂੰ ਜਾਣਦਾ ਤਾਂ ਮੈਂ ਇਹਨਾਂ ਵਚਨਾਂ ਦੀ ਪਾਲਣਾ ਕਰਦਾ, ਤਾਂ ਆਪਾਂ ਨੂੰ ਕਿੰਨਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰੀਏ। ਸਾਨੂੰ ਵੀ ਬਹੁਤ ਹੀ ਜ਼ਰੂਰੀ ਹੈ ਕਿ ਇਹਨਾਂ ਵਚਨਾਂ ਦੀ ਅਸੀਂ ਪਾਲਣਾ ਕਰੀਏ। ਜੋ ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ ਉਹਦੇ ਮੁਤਾਬਕ ਅਸੀਂ ਆਪਣੀਆਂ ਜ਼ਿੰਦਗੀਆਂ ਗੁਜ਼ਾਰੀਏ। ਹਾਲੇਲੂਇਆ। ਤੁਹਾਡਾ ਪਿਤਾ ਅਬਰਾਮ ਮੇਰਾ ਦਿਨ ਵੇਖਣ ਨੂੰ ਆਨੰਦ ਸੀ ਅਤੇ ਉਸਨੇ ਵੇਖਿਆ। ਹਾਲੇਲੂਇਆ। ਤਾਂ ਉਹ ਕਹਿੰਦੇ ਵੀ ਤੇਰੀ ਉਮਰ ਤਾਂ ਹਲੇ 50 ਸਾਲ ਦੀ ਨਹੀਂ ਹੈ। ਪ੍ਰਭੂ ਯਿਸੂ ਮਸੀਹ ਨੂੰ ਯਹੂਦੀ ਕਹਿ ਰਹੇ ਤੇਰੀ ਉਮਰ ਤਾਂ ਹਲੇ 50 ਸਾਲ ਦੀ ਨਹੀਂ, ਤੂੰ ਕਹਿੰਦਾ ਕਿ ਮੈਂ ਅਬਰਾਮ ਨੂੰ ਦੇਖਿਆ। ਤਾਂ ਮੇਰੇ ਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਕਿ ਅਬਰਾਮ ਮੇਰਾ ਦਿਨ ਦੇਖਣ ਨੂੰ, ਹਾਲੇਲੂਇਆ, ਪਰਮੇਸ਼ਰ ਦੇ ਵਚਨ ਲਿਖਿਆ, ਤੇ ਤੁਹਾਡਾ ਪਿਤਾ ਅਬਰਾਮ ਮੇਰਾ ਦਿਨ ਵੇਖਣ ਨੂੰ ਆਨੰਦ ਸੀ ਅਤੇ ਉਸਨੇ ਵੇਖਿਆ ਅਤੇ ਪ੍ਰਸੰਨ ਹੋਇਆ। ਮੇਰਾ ਦਿਨ ਵੇਖਣ ਨੂੰ ਪ੍ਰਸੰਨ ਸੀ ਤਾਂ ਉਹਨੇ ਦੇਖਿਆ ਤੇ ਖੁਸ਼ ਹੋਇਆ। ਹਾਲੇਲੂਇਆ ਹੋਇਆ। ਤਾਂ ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਜੋ ਅਬਰਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ। ਅਬਰਾਮ ਦੇ ਹੋਣ ਤੋਂ ਵੀ ਪਹਿਲਾਂ ਪਰਮੇਸ਼ਰ ਪ੍ਰਭੂ ਯਿਸੂ ਜੀ ਕਹਿ ਰਹੇ ਕਿ ਅਬਰਾਮ ਤੋਂ ਹੋਣ ਤੋਂ ਪਹਿਲਾਂ ਮੈਂ ਆ ਮੇਰੇ ਜੀਜੋ। ਤਾਂ ਯਹੂਦੀ ਕਹਿੰਦੇ ਤੇਰੀ ਉਮਰ ਤਾਂ ਹਲੇ 50 ਸਾਲ ਦੀ ਨਹੀਂ, ਤਾਂ ਤੂੰ ਕਹਿੰਦਾ ਕਿ ਅਬਰਾਮ ਨੂੰ ਦੇਖਿਆ। ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਅਬਰਾਮ ਤੋਂ ਪਹਿਲਾਂ ਮੈਂ ਆ। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ, ਪਰਮੇਸ਼ਰ ਦਾ ਸ਼ਬਦ ਜਿਹੜਾ ਆ ਉਹ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਉਹਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਮੇਰੇ। ਜੋ ਪਰਮੇਸ਼ਰ ਦੇ ਹੁਕਮ, ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਉਹਦੇ ਮੁਤਾਬਿਕ ਚੱਲਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਮੇਰੇ ਜੀ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਿੱਚ ਇੱਕ ਜ਼ਬੂਰਾਂ ਦੀ ਕਿਤਾਬ, ਪਹਿਲਾ ਜ਼ਬੂਰ, ਹਾਲੇਲੂਇਆ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਲਾਰਡ, ਹਾਲੇਲੂਇਆ। ਜ਼ਬੂਰਾਂ ਦੀ ਕਿਤਾਬ ਪਹਿਲਾ ਜ਼ਬੂਰ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ। ਪਹਿਲਾ ਜ਼ਬੂਰ ਉਹਦੀ 2 ਆਇਤ ਆਪਾਂ ਪਰਮੇਸ਼ਰ ਲਿਖਿਆ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ
ਉਹਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਹਾਲੇਲੂਇਆ, ਥੈਂਕ ਯੂ ਜੀ। ਰਾਕਾਤਾ ਰੱਬਾ ਮਾਸ਼ੋ ਰਾਕਾਤਾ ਰੱਬਾ। ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ? ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ। ਸਾਨੂੰ ਕੀ ਕਰਨਾ ਚਾਹੀਦਾ ਪਰਮੇਸ਼ਰ ਦੇ ਵਿੱਚ ਹੋ ਕੇ? ਸਾਨੂੰ ਪਰਮੇਸ਼ਰ ਦੀ ਵਿਵਸਥਾ, ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਹਦੀ ਵਿਵਸਥਾ ਉੱਤੇ ਧਿਆਨ, ਦਿਨ ਰਾਤ ਉਹਦੀ ਵਿਵਸਥਾ ਦੇ ਉੱਪਰ ਧਿਆਨ ਦਿੰਦਾ ਮੇਰੇ ਚੀਜ਼ਾਂ, ਦਿਨ ਰਾਤ। ਹਾਲੇਲੂਇਆ। ਕਿੱਦਾਂ ਸਾਨੂੰ ਪਰਮੇਸ਼ਰ ਦਾ ਵਚਨ, ਕਿੱਦਾਂ ਪਰਮੇਸ਼ਰ ਦਾ ਸ਼ਬਦ ਸਾਨੂੰ ਪੜ੍ਹਨ ਦੀ ਲੋੜ ਆ? ਜਿਸ ਤਰ੍ਹਾਂ ਪਹਿਲੇ ਜ਼ਬੂਰ ਦੀ 2 ਆਇਤ 'ਚ ਲਿਖਿਆ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ। ਸਾਨੂੰ ਹਮੇਸ਼ਾ ਪਰਮੇਸ਼ਰ ਦੇ ਵਚਨ 'ਚ ਮਗਨ ਰਹਿਣਾ ਚਾਹੀਦਾ। ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ, ਚੱਲਦੇ ਬਹਿੰਦੇ ਉੱਠਦੇ, ਜਿੱਥੇ ਕਿਤੇ ਵੀ ਤੁਸੀਂ ਕੰਮ ਕਰਦੇ ਆ, ਪਰਮੇਸ਼ਰ ਦੀ ਬੜਾਈ ਕਰਨਾ ਬਹੁਤ ਹੀ ਜ਼ਰੂਰੀ ਹੈ। ਉਹਦੇ 'ਚ ਮਗਨ ਰਹਿਣਾ ਬਹੁਤ ਹੀ ਜ਼ਰੂਰੀ ਹੈ ਅਤੇ ਦਿਨ ਰਾਤ ਉਹਦੀ ਵਿਵਸਥਾ ਉੱਤੇ ਧਿਆਨ ਕਰਦਾ। ਦਿਨ ਰਾਤ ਅਸੀਂ ਉਹਦੇ ਵਿਵਸਥਾ ਦੇ ਉੱਪਰ ਧਿਆਨ ਰੱਖਣਾ ਮੇਰੇ ਚੀਜ਼ੋ। ਤਾਂ ਫੇਰ ਪਰਮੇਸ਼ਰ ਪ੍ਰਭੂ ਕਹਿੰਦਾ ਮੈਂ ਤੁਹਾਡੇ ਨਾਲ ਆ ਮੇਰੇ ਚੀਜ਼ੋ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਇਹਦੀ 11 ਆਇਤ ਵੀ ਆਪਾਂ ਦੇਖਦੇ, ਭੈ ਨਾਲ ਯਹੋਵਾ ਦੀ ਸੇਵਾ ਕਰੋ ਅਤੇ ਕੰਮ ਦੇ ਖੁਸ਼ੀ ਮਨਾਓ। ਹਾਲੇਲੂਇਆ। ਭੈ ਨਾਲ, ਡਰ ਦੇ ਨਾਲ ਉਹਦੀ ਸੇਵਾ ਕਰੋ ਮੇਰੇ ਜੀ। ਜੋ ਡਰ ਸਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਡਰ ਆ ਤਾਂ ਅਸੀਂ ਕੋਈ ਗੁਨਾਹ ਕਰ ਨਹੀਂ ਸਕਦੇ ਮੇਰੇ ਜੀ। ਡਰ ਸਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਜੇ ਸਾਡੇ 'ਚ ਡਰ ਨਹੀਂ ਆ ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ, ਗੁਨਾਹ ਕਰ ਸਕਦੇ ਹਾਂ, ਹਰ ਕੰਮ ਜਿਹੜਾ ਗਲਤ ਆ ਉਹ ਕਰ ਸਕਦੇ ਹਾਂ। ਪਰ ਪਰਮੇਸ਼ਰ ਦੇ ਵਚਨ ਨਿਕਲਿਆ, ਭੈ ਨਾਲ ਯਹੋਵਾ ਦੀ ਸੇਵਾ ਕਰ, ਡਰ ਦੇ ਨਾਲ ਯਹੋਵਾ ਦੀ ਸੇਵਾ ਕਰ ਅਤੇ ਕੰਮ ਦੇ ਖੁਸ਼ੀ ਮਨਾਓ। ਕੰਮ ਦੇ ਖੁਸ਼ੀ ਮਨਾਓ ਮੇਰੇ ਚੀਜ਼ੋ। ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ। ਹਾਲੇਲੂਇਆ। ਇਸ ਕਰਕੇ ਸਾਨੂੰ ਡਰ ਰੱਖ ਕੇ ਪਰਮੇਸ਼ਰ ਦਾ ਸ਼ਬਦ ਜਿਹੜਾ ਆ ਸਾਡੇ ਲਈ ਪੜ੍ਹਨਾ ਬਹੁਤ ਹੀ ਜ਼ਰੂਰੀ ਆ। ਆਪਣਾ ਹੈਡਿੰਗ ਵੀ ਇਹੀ ਸੀਗਾ ਕਿ ਤੁਸੀਂ ਪਰਮੇਸ਼ਰ ਦੇ ਸ਼ਬਦ ਬਾਰੇ ਕਿੰਨਾ ਜਾਣਦੇ ਹੋ, ਕਿਉਂਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਦੇਖਣਾ ਕਿ ਅਸੀਂ ਕਿੰਨਾ ਕੁ ਜਾਣਦੇ ਹਾਂ ਪਰਮੇਸ਼ਰ ਦੇ ਸ਼ਬਦ ਦੇ ਬਾਰੇ। ਹਾਲੇਲੂਇਆ। ਤਾਂ ਕਿ ਸਾਨੂੰ ਪਤਾ ਲੱਗੇ, ਅਸੀਂ ਲੋਕਾਂ ਤੱਕ ਆਪ ਵੀ ਉਸ ਬਚਨ ਨੂੰ ਪੜ੍ਹੀਏ, ਸਮਝੀਏ ਤਾਂ ਉਹਦੇ ਉੱਪਰ ਚੱਲੀਏ, ਤਾਂ ਅਸੀਂ ਦੂਸਰੇ ਲੋਕਾਂ ਨੂੰ ਵੀ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਚਲਾਈਏ। ਹਾਲੇਲੂਇਆ। ਦੱਸੀਏ ਪਰਮੇਸ਼ਰ ਦੇ ਵਚਨ। ਯਹੋਨਾ 5 ਬਾਪ ਦੀ। ਹਾਲੇਲੂਇਆ। ਇੱਕ ਹੋਰ ਆਪਾਂ ਪੜਾਂਗੇ ਯਹੋਨਾ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। 5 ਬਾਪ ਦੀ 38 ਤੇ 39 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਪੜ੍ਹਦੇ ਹਾਂ, ਪਰਮੇਸ਼ਰ ਦੇ ਵਚਨ ਚੋਂ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਤੁਸੀਂ ਨਾ ਕਦੇ ਉਹਦੀ ਆਵਾਜ਼ ਸੁਣੀ, ਉਹਦਾ ਰੂਪ ਡਿੱਠਾ, ਉਹਦਾ ਵਚਨ ਤੁਹਾਡੇ ਵਿੱਚ ਨਹੀਂ ਟਿਕਦਾ। ਪਰਮੇਸ਼ਰ ਦਾ ਵਚਨ ਜਿਹੜਾ ਉਹ ਤੁਹਾਡੇ ਵਿੱਚ ਨਹੀਂ ਟਿਕਦਾ ਮੇਰੇ ਜੀਜੋ। ਪਰਮੇਸ਼ਰ ਦਾ ਸਾਫ਼ ਸਾਨੂੰ ਪਰਮੇਸ਼ਰ ਦਾ ਵਚਨ ਕਹਿ ਰਿਹਾ ਹੈ ਕਿ ਤੁਸੀਂ ਨਾ ਕਦੇ ਉਹਦੀ ਆਵਾਜ਼ ਸੁਣੀ, ਨਾ ਉਹਦਾ ਰੂਪ ਡਿੱਠਾ ਹੈ, ਤੇ ਉਹਦਾ ਵਚਨ ਤੁਹਾਡੇ ਵਿੱਚ ਨਹੀਂ ਟਿਕਦਾ ਹੈ। ਇਸ ਲਈ ਕਿ ਜਿਸ ਨੂੰ ਉਹਨੇ ਭੇਜਿਆ ਹੈ ਤੁਸੀਂ ਉਹਦੀ ਪ੍ਰਤੀਤ ਨਹੀਂ ਕਰਦੇ ਹੋ। ਪਰਮੇਸ਼ਰ ਦਾ ਵਚਨ ਮੇਰੇ ਜੀਜੋ ਤੁਹਾਡੀਆਂ ਜ਼ਿੰਦਗੀਆਂ ਦੇ ਪਰਮੇਸ਼ਰ ਕਹਿੰਦਾ ਤੁਹਾਡੇ ਵਿੱਚ ਨਹੀਂ ਟਿਕਦਾ ਹੈ। ਹਾਲੇਲੂਇਆ। ਨਹੀਂ ਪਰਮੇਸ਼ਰ ਦਾ ਵਚਨ ਤੁਹਾਡੇ ਵਿੱਚ ਟਿਕਦਾ ਹੈ। ਇਸ ਲਈ ਕਿ ਤੁਸੀਂ ਜਿਸ ਨੂੰ ਉਹਨੇ ਭੇਜਿਆ ਤੁਸੀਂ ਉਹਦੀ ਪ੍ਰਤੀਤ ਨਹੀਂ ਕਰ, ਜਿਸ ਨੇ ਉਹਨੂੰ ਭੇਜਿਆ ਤੁਸੀਂ ਉਹਦੀ ਪ੍ਰਤੀਤ ਨਹੀਂ ਕਰਦੇ ਮੇਰੇ ਜੀਜੋ। ਹਾਲੇਲੂਇਆ। ਤਾਂ ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਹਨਾਂ ਵਿੱਚ ਸਾਨੂੰ ਸੰਦੀਪਕ ਜਿਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਇਹੋ ਹੀ ਹਨ। ਤੁਸੀਂ ਜਿਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ, ਤੁਸੀਂ ਜਿਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ। ਪਰਮੇਸ਼ਰ ਯਿਸੂ ਜੀ ਕਹਿ ਰਿਹਾ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਜਿਉਣ ਦੇ ਲਈ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ। ਹਾਲੇਲੂਇਆ। ਨਹੀਂ ਚਾਹੁੰਦੇ। ਮਨੁੱਖ ਤੋਂ ਮੈਂ ਵਡਿਆਈ ਨਹੀਂ ਲੈਂਦਾ, ਮਨੁੱਖ ਤੋਂ ਮੈਂ ਵਡਿਆਈ ਨਹੀਂ ਲੈਂਦਾ ਪਰਮੇਸ਼ਰ ਕਹਿੰਦੇ। ਹਾਲੇਲੂਇਆ। ਪਰ ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ। ਮੈਂ ਕਹਿੰਦਾ ਤੁਹਾਨੂੰ ਜਾਣਦਾ ਕਿ ਪਰਮੇਸ਼ਰ ਦਾ ਪ੍ਰੇਮ ਜਿਹੜਾ ਆ ਤੁਹਾਡੇ ਵਿੱਚ ਹੈ ਨਹੀਂ ਆ। ਮੈਂ ਆਪਣੇ ਪਿਤਾ ਦੇ ਨਾਮ ਉੱਤੇ ਆਇਆ ਹਾਂ ਤਾਂ ਤੁਸੀਂ ਮੈਨੂੰ ਨਹੀਂ ਮੰਨਦੇ। ਜੇ ਕੋਈ ਹੋਰ ਆਪਣੇ ਨਾਮ ਉੱਤੇ ਆਵੇ ਤਾਂ ਤੁਸੀਂ ਉਹਨੂੰ ਮੰਨ। ਜੇ ਕੋਈ ਹੋਰ ਕੋਈ ਨਾਂ ਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਹੇ ਜੇ ਕੋਈ ਹੋਰ ਉਹਦੇ ਨਾਂ ਤੇ ਆਵੇ ਤਾਂ ਤੁਸੀਂ ਝੱਟ ਉਹਨੂੰ ਮੰਨ ਲੈਣਾ। ਹਾਲੇਲੂਇਆ। ਤੇ ਮੈਂ ਪਰਮੇਸ਼ਰ ਦੇ ਨਾਂ ਦੇ ਵਿੱਚ ਆਇਆ ਤਾਂ ਤੁਸੀਂ ਮੈਨੂੰ ਨਹੀਂ ਮੰਨਦੇ ਮੇਰੇ ਚਾਚਾ। ਹਾਲੇਲੂਇਆ। ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਿਆ ਹੈ ਕਿ ਅਸੀਂ ਪਰਮੇਸ਼ਰ ਦਾ ਸ਼ਬਦ ਪੜ੍ਹਨਾ ਹੈ, ਪਰਮੇਸ਼ਰ ਦੀ ਬਾਣੀ ਪੜ੍ਹਨੀ ਹੈ ਔਰ ਪਰਮੇਸ਼ਰ ਦੇ ਵਚਨ ਦੇ ਉੱਪਰ ਔਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਨਾ ਕਿ ਸੱਚਮੁੱਚ ਪਰਮੇਸ਼ਰ ਹੀ ਪ੍ਰਭੂ ਹੈ। ਹਾਲੇਲੂਇਆ।
ਤਾਂ ਉਹਦਾ ਸ਼ਬਦ ਪੜ੍ਹ ਕੇ ਅਸੀਂ ਆਪ ਵੀ ਪਰਮੇਸ਼ਰ ਦੀ ਬਾਣੀ ਪੜ੍ਹਨੀ ਆ, ਉਹਦੇ ਉੱਪਰ ਚੱਲਣਾ ਹੈ, ਤੇ ਦੂਸਰੇ ਲੋਕਾਂ ਨੂੰ ਵੀ ਪਰਮੇਸ਼ਰ ਦੀ ਬਾਣੀ ਜਿਹੜੀ ਸੱਚਾ ਪਰਮੇਸ਼ਰ ਦਾ ਬਚਨ ਹੈ ਮੇਰੇ ਜੀਜੋ, ਉਹ ਅਸੀਂ ਪਰਮੇਸ਼ਰ ਦੇ ਬਾਰੇ ਦੱਸਣਾ ਹੈ। ਹਾਲੇਲੂਇਆ। ਐਵੇਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਨਹੀਂ ਕਰਕੇ ਅਸੀਂ ਸਾਰ ਦੇਣਾ, ਬਲਕਿ ਅਸੀਂ ਪਰਮੇਸ਼ਰ ਦਾ ਬਚਨ ਪੜ੍ਹ ਕੇ ਉਹਦੇ ਉੱਪਰ ਚੱਲ ਕੇ ਅਸੀਂ ਪਰਮੇਸ਼ਰ ਦੇ ਸਵਰਗ ਰਾਜ ਦੇ ਲਈ ਤਿਆਰ ਹੋਣਾ ਹੈ ਮੇਰੇ ਜੀਜੋ, ਜਿਹੜਾ ਕਿ ਸਾਡੇ ਲਈ ਬਹੁਤ ਹੀ ਜ਼ਰੂਰੀ ਆ। ਇਸ ਦੁਨੀਆ ਦੇ ਵਿੱਚ 70 ਨਹੀਂ ਤੇ 80 ਬਰੇ ਜ਼ਿੰਦਗੀ ਜਿਹੜੀ ਆ ਜਿਹੜੀ ਤੁਹਾਡੀ ਉਮਰ ਆ, ਤਾਂ ਉਹਨੂੰ ਅਸੀਂ ਭੋਗ ਕੇ ਐਵੇਂ ਚਲੇ ਜਾਣਾ ਉਹ ਨਹੀਂ, ਪਰ ਅਸੀਂ ਉਹ 70 ਤੇ 80 ਬਰੇ ਜਿਹੜੀ ਸਾਡੀ ਉਮਰ ਆ ਉਹਦੇ ਵਿੱਚ ਅਸੀਂ ਪਰਮੇਸ਼ਰ ਦੇ ਨਾਲ ਮਿਲ ਕੇ ਅੱਛੇ ਕੰਮ ਕਰਕੇ ਪਰਮੇਸ਼ਰ ਦੇ ਬਚਨਾਂ ਦੇ ਮੁਤਾਬਕ ਚੱਲ ਪਰਮੇਸ਼ਰ ਦਾ ਸ਼ਬਦ ਪੜ੍ਹ ਕੇ ਤਾਂ ਅਸੀਂ ਆਪਣੇ ਆਪ ਵੀ ਤਿਆਰੀ ਕਰਨੀ ਹੈ ਸਵਰਗ ਰਾਜ ਦੇ। ਦੂਸਰੇ ਭੈਣ ਭਾਈ ਜਿਹੜੇ ਦੂਸਰੇ ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਸਿੱਖਿਆ ਦੇਣੀ, ਅੱਛੀ ਸਿੱਖਿਆ ਦੇ ਕੇ ਪਰਮੇਸ਼ਰ ਦੇ ਵਿੱਚ ਉਹਨਾਂ ਨੂੰ ਵੀ ਸਵਰਗ ਰਾਜ ਦੀ ਤਿਆਰੀ ਹੋਣ ਦੇ ਵਿੱਚ ਮਦਦ ਤੇ ਸਹਾਇਤਾ ਕਰਨੀ ਆ। ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਰਵਾਦ ਦੇਵੇ। ਆਮੀਨ ਆਮੀਨ।